जे सतगुरु सिमरंत नैन के तिमर मिटहे खिन। जे सतगुरु सिमरंत हृदय हर नाम दिनों दिन। जे सतगुरु सिमरंत जी की तप मिटावे। जे सतगुरु सिमरंत रिद सिद्ध नाम निध पावे। सोई रामदास गुर बल भान मिल संगत धन धन करहो। जिह सतगुर लग प्रभ पाइए। सो सतगुर सिमरहो नरहो। जिह सतगुर लग प्रभ पाइए। सो सतगुर सिमरहो नरहो। वालिए कुल आलम सरवरे कायनात। दीना बंधु ਅਤੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਰਾਜਾਨ ਰਾਜਪਾਨ ਆਨ ਭਾਨ ਦੇਵਾਨ ਦੇਵ ਉਪਮਾ ਮਹਾਨ ਅੰਤਰਜਾਮੀ ਸਤਿਗੁਰੂ ਚਾਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਸਰਬੱਤ ਸੰਗਤਾਂ ਨੂੰ ਅਤੇ ਦਾਸਰੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ। ਆਓ ਆਪਾਂ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ, ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਕਲਾ ਬੁਲਾਉਂਦੇ ਹੀ ਨਹੀਂ, ਜਿਸ ਦੀ ਫਤਿਹ ਰਸਨਾ ਤੇ ਹੋ ਜਾਂਦੀ ਹੈ, ਉਹਦੀ ਪ੍ਰਤੱਖ ਵਿੱਚ ਵੀ ਫਤਿਹ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਸਾਰੇ ਗੱਜ ਵੱਜ ਕੇ ਬੋਲੋ। ਹੱਥ ਜੋੜਨੇ ਹਨ ਸਾਰਿਆਂ ਨੇ ਅਤੇ ਸੀਸ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਾਉਣਾ ਹੈ। ਹੱਥ ਜ਼ਰੂਰੀ ਹੈ। ਸਾਰੇ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਗੁਰਮੁਖ ਪਿਆਰੇ ਕਵੀਸ਼ਰ ਸਿੰਘ ਸਹਿਬਾਨ ਆਪ ਸਰਬੱਤ ਸੰਗਤਾਂ ਨੂੰ ਸੋਢੀ ਸੁਲਤਾਨ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਜੋੜ ਰਹੇ ਸਨ। ਬੜੇ ਸੋਹਣੇ ਤਰੀਕੇ ਨਾਲ ਥੋੜੇ ਜਿਹੇ ਸਮੇਂ ਦੇ ਅੰਦਰ ਆਪ ਸਰਬੱਤ ਸੰਗਤਾਂ ਨੂੰ ਗੁਰੂ ਘਰ ਦਾ ਇਤਿਹਾਸ, ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਦਾਸ ਵੀ ਇੱਕ ਛੋਟਾ ਜਿਹਾ ਯਤਨ ਕਰਦਾ ਹੈ ਕਿ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਅੰਦਰ ਕੁਝ ਬੇਨਤੀਆਂ ਕਰੀਏ, ਜੋ ਸਤਿਗੁਰੂ ਸਾਹਿਬ ਜੀ ਸਾਨੂੰ ਆਪਣੇ ਇਤਿਹਾਸ ਤੋਂ ਥੋੜਾ ਜਿਹਾ ਹੋਰ ਜਾਣੂ ਕਰਵਾਉਣ। ਸਤ ਸੰਗਤ ਜੀ, ਜਦੋਂ ਬੰਦੇ ਉੱਤੇ ਗਰੀਬੀ ਹੁੰਦੀ ਹੈ, ਉਹਦੀ ਦੁਨੀਆ ਵਿੱਚ ਕੇਵਲ ਜਾਂ ਤਾਂ ਸਤਿਗੁਰੂ ਬਾਂਹ ਫੜਦੇ ਆ ਜਾਂ ਸਤਿਗੁਰੂ ਦੇ ਪਿਆਰੇ, ਹੋਰ ਨਹੀਂ ਕੋਈ ਫੜਦਾ। ਤੁਸੀਂ ਕਿਤੇ ਵੀ ਇਹ ਨਹੀਂ ਦੇਖੋਗੇ ਕਿ ਅਮੀਰ ਨਿਵਾਜ, ਸੰਸਾਰ ਵਿੱਚ ਤੁਹਾਨੂੰ ਅਮੀਰ ਨਿਵਾਜ ਬਹੁਤ ਮਿਲਣਗੇ ਜਿਹੜੇ ਅਮੀਰਾਂ ਨੂੰ ਨਵਾਜਦੇ ਨੇ, ਤੇ ਅਮੀਰੀ ਪੈਸੇ ਕਰਕੇ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਅਸੀਂ ਬਹੁਤ ਪੜ੍ਹਦੇ ਹਾਂ, ਸੁਣਦੇ ਹਾਂ। ਸੁਖਮਨੀ ਸਾਹਿਬ ਜੀ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੈਸੇ ਵਾਲੇ ਨੂੰ, ਧਨ ਵਾਲੇ ਨੂੰ ਅਮੀਰ ਨਹੀਂ ਆਖਦੇ। ਸਤਿਗੁਰੂ ਅਮੀਰ ਉਸ ਨੂੰ ਆਖਦੇ ਨੇ ਜਿਸ ਕੋਲ ਨਾਮ ਦਾ ਖਜ਼ਾਨਾ ਹੈ, ਜਿਹਦੇ ਕੋਲ ਸਤਿਗੁਰੂ ਦੀ ਬਾਣੀ ਹੈ। ਕਿਉਂਕਿ ਪੈਸੇ ਦੀ ਅਮੀਰੀ ਅੱਜ ਹੈ, ਕੱਲ ਨਹੀਂ। ਕੱਲ ਸੀ, ਹੋ ਸਕਦਾ ਪਰਸੋਂ ਨਾ ਹੋਵੇ। ਅੱਜ ਗਰੀਬੀ ਹੈ, ਹੋ ਸਕਦਾ ਹੈ ਕੱਲ ਅਮੀਰੀ ਵੀ ਹੋਵੇ। ਪੈਸੇ ਦੀ ਅਮੀਰੀ ਸਦੀਵੀ ਨਹੀਂ ਰਹਿੰਦੀ। ਸੰਸਾਰ ਵਿੱਚ ਬਹੁਤ ਸਾਰੇ ਐਸੇ ਲੋਕ ਦੇਖੇ ਨੇ ਜਿਹੜੇ ਪਹਿਲਾਂ ਗਰੀਬ ਸੀ, ਅੱਜ ਅਮੀਰ ਨੇ, ਪੈਸੇ ਕਰਕੇ, ਮਾਇਆ ਕਰਕੇ। ਤੇ ਜਿਹੜੇ ਸਾਧ ਸੰਗਤ ਜੀ ਪਹਿਲਾਂ ਅਮੀਰ ਸੀ, ਅੱਜ ਗਰੀਬ ਨੇ। ਤੇ ਇਸ ਤਰ੍ਹਾਂ ਦੇ ਵੀ ਸੰਸਾਰ ਵਿੱਚ ਦੇਖੇ ਜਾ ਸਕਦੇ ਨੇ, ਜਿਹੜੇ ਪਹਿਲਾਂ ਗਰੀਬ ਸੀ ਅੱਜ ਅਮੀਰ ਨੇ, ਅੱਜ ਬਹੁਤ ਪੈਸਾ ਹੈ, ਧਨ ਪਦਾਰਥ ਹੈ।
ਪੈਸਾ ਆ ਜਾਣਾ, ਬੰਦਾ ਕਿਤੇ ਭੁਲੇਖੇ ਵਿੱਚ ਨਾ ਆ ਜਾਵੇ ਕਿ ਅਮੀਰੀ ਬਹੁਤ ਆ ਗਈ ਹੈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪੁੱਛੀਏ ਕਿ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਅਮੀਰ ਕਿਸ ਨੂੰ ਆਖਦੇ ਹੋ? ਤੁਹਾਡੇ ਬਚਨਾਂ ਮੁਤਾਬਕ ਆਪ ਜੀ ਦੀ ਰਸਨਾ ਤੋਂ ਅਮੀਰ ਕੌਣ ਹੈ? ਇਹ ਕਿਰਪਾ ਕਰਕੇ ਦੱਸੋ। ਸੰਸਾਰੀਆਂ ਤੋਂ ਪੁੱਛੀਏ ਤੇ ਸੰਸਾਰੀ ਕਹਿਣਗੇ ਜਿਹਦੇ ਕੋਲ ਬਹੁਤ ਧਨ ਪਦਾਰਥ ਹੈ, ਜਿਹਦੇ ਕੋਲ ਸੋਹਣਾ ਘਰ ਹੈ, ਜਿਸ ਕੋਲ ਗੱਡੀ ਹੈ, ਜ਼ਮੀਨ ਜਾਇਦਾਦ ਹੈ, ਪ੍ਰਾਪਰਟੀ ਹੈ, ਉਹ ਅਮੀਰ ਹੈ। ਤੇ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ, ਸਤਿਗੁਰੂ ਕਹਿੰਦੇ ਮਾਇਆ ਵਾਲਾ ਨਹੀਂ, ਪੈਸੇ ਵਾਲਾ ਨਹੀਂ, ਕੋਠੀ ਵਾਲਾ ਨਹੀਂ, ਜ਼ਮੀਨ ਜਾਇਦਾਦ ਵਾਲਾ ਨਹੀਂ। ਸਤਿਗੁਰੂ ਕਹਿੰਦੇ ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਅਸੀਂ ਸਭਨਾਂ ਨੇ ਸੋਹਣੇ ਸੋਹਣੇ ਵਸਤਰ ਪਾਏ ਆ ਸਰੀਰ ਉੱਤੇ। ਸਾਧ ਸੰਗਤ ਜੀ, ਵਸਤਰਾਂ ਨਾਲ ਇੱਜ਼ਤ ਕੁਝ ਹੱਦ ਤੱਕ ਸਾਡੀ ਕਾਇਮ ਰਹਿੰਦੀ ਹੈ। ਕਈ ਇਹੋ ਜਿਹੇ ਵੀ ਹੈਗੇ ਨੇ ਵਸਤਰ ਪਾ ਕੇ ਵੀ ਇੱਜ਼ਤ ਨਹੀਂ ਬਚਾ ਸਕਦੇ। ਸਤਿਗੁਰੂ ਸਾਹਿਬ ਜੀ ਨੇ ਆਖਿਆ ਵਸਤਰ ਪਾਉਣੇ ਇੱਕ ਸੰਸਾਰ ਦੀ ਮਰਿਆਦਾ ਹੈ ਤੇ ਹਰ ਗੁਰੂ ਦੇ ਸਿੱਖ ਨੇ ਇਸ ਮਰਿਆਦਾ ਵਿੱਚ ਰਹਿਣਾ ਹੈ। ਸੋਹਣੇ ਤੋਂ ਸੋਹਣੇ ਤਨ ਨੂੰ ਢੱਕਣ ਵਾਲੇ ਸਰੀਰ ਉੱਤੇ ਵਸਤਰ ਧਾਰਨ ਕਰਨੇ ਨੇ, ਪਰ ਇੱਕ ਗੱਲ ਯਾਦ ਰੱਖਣੀ ਹੈ, ਵਸਤਰ ਪਾ ਕੇ ਗੁਰੂ ਦੀ ਬਾਣੀ ਸਿੱਖਾ ਪੜੇਗਾ, ਪਤ ਤੇਰੀ ਤਾਂ ਰਹੂਗੀ। ਗੁਰੂ ਦੀ ਬਾਣੀ ਤੇਰੇ ਕੋਲ ਨਾ ਹੋਈ ਤੇ ਵਸਤਰ ਪਾਇਆ ਵੀ ਤੇਰੀ ਕੋਈ ਪਤ ਨਹੀਂ। ਪਤ ਉਹਦੀ ਹੈ ਜਿਹੜਾ ਪ੍ਰਭੂ ਨੂੰ ਸਿਮਰਦਾ ਹੈ। ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਉਹ ਇੱਜ਼ਤ ਵਾਲੇ ਨੇ। ਬੜਾ ਸੋਹਣਾ ਕਿਸੇ ਗੁਰਮੁਖ ਪਿਆਰੇ ਨੇ ਆਖਿਆ ਕਿ ਸਾਧ ਸੰਗਤ ਜੀ, ਮਾਇਆ ਚਲੀ ਗਈ ਤੇ ਕੁਝ ਨਹੀਂ ਗਿਆ, ਸਰੀਰ ਚਲਿਆ ਗਿਆ ਤੇ ਕੁਝ ਗਿਆ, ਪਰ ਜੇ ਬੰਦੇ ਦਾ ਕਰੈਕਟਰ ਚਲਿਆ ਜਾਵੇ ਤੇ ਕੁਝ ਵੀ ਪੱਲੇ ਨਹੀਂ ਰਹਿ ਗਿਆ, ਸਭ ਕੁਝ ਹੀ ਚਲਿਆ ਗਿਆ। ਮਾਇਆ ਚਲੀ ਗਈ ਤੇ ਆ ਜਾਏਗੀ, ਸਰੀਰ ਚਲਿਆ ਗਿਆ ਤੇ ਪੈਸੇ ਨਾਲ ਸਰੀਰ ਵੀ ਕਾਇਮ ਨਹੀਂ ਕਈ ਵਾਰ ਰਹਿੰਦੇ ਹੁੰਦੇ। ਸਿਆਣਿਆਂ ਨੇ ਵੀ ਗੱਲ ਕਹੀ ਹੈ ਕਿ ਬੰਦਾ ਪੈਸਾ ਕਮਾਉਣ ਦੇ ਯਤਨ ਵਿੱਚ ਸਰੀਰ ਖਰਾਬ ਕਰ ਲੈਂਦਾ ਹੈ ਤੇ ਜਦੋਂ ਬਹੁਤ ਸਾਰਾ ਪੈਸਾ ਇਕੱਠਾ ਹੋ ਜਾਏ ਸਰੀਰ ਨੂੰ ਲਾ ਕੇ, ਫਿਰ ਉਹ ਇਕੱਠਾ ਕੀਤਾ ਹੋਇਆ ਪੈਸਾ ਖਰਚ ਕੇ ਸਾਧ ਸੰਗਤ ਜੀ ਸਰੀਰ ਨੂੰ ਕਾਇਮ ਰੱਖਣਾ ਚਾਹੁੰਦਾ ਹੈ। ਗੁਰੂ ਕਿਰਪਾ ਕਰੇ। ਕਿਸੇ ਸਿਆਣੇ ਨੇ ਬੜਾ ਸੋਹਣਾ ਆਖਿਆ, ਮਨੀ ਲੋਸਟ ਨਥਿੰਗ ਲੋਸਟ, ਮਾਇਆ ਗਈ ਤੇ ਕੁਝ ਨਹੀਂ ਗਿਆ। ਹੈਲਥ ਲੋਸਟ ਸਮਥਿੰਗ ਲੋਸਟ, ਸਰੀਰ ਚਲਿਆ ਗਿਆ ਤੇ ਕੁਝ ਗਿਆ। ਕਰੈਕਟਰ ਲੋਸਟ ਐਵਰੀਥਿੰਗ ਲੋਸਟ, ਜੇ ਬੰਦੇ ਦਾ ਕਰੈਕਟਰ ਚਲਿਆ ਗਿਆ, ਬੰਦੇ ਦਾ ਦੀਨ ਈਮਾਨ ਚਲਿਆ ਗਿਆ ਤੇ ਸਾਧ ਸੰਗਤ ਜੀ ਉਹ ਕਹਿੰਦੇ ਸਭ ਕੁਝ ਹੀ ਚਲਿਆ ਗਿਆ। ਤੇ ਬੰਦੇ ਦਾ ਕਰੈਕਟਰ ਦੀਨ ਈਮਾਨ ਜੇ ਕਾਇਮ ਰਹਿ ਸਕਦਾ ਹੈ ਤੇ ਉਹ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਕੇ ਰਹਿ ਸਕਦਾ ਹੈ। ਤਾਂ ਕਰਕੇ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਗਰੀਬ ਦੀ ਕੋਈ ਨਹੀਂ ਬਾਂਹ ਫੜਦਾ ਸੰਸਾਰ ਅੰਦਰ, ਜੇ ਕੋਈ ਫੜਦਾ ਤੇ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਾਂ ਫਿਰ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਣ ਵਾਲਾ ਗੁਰੂ ਦਾ ਸਿੱਖ। हम गुरु को तो मानते हैं पर गुरु की बात को नहीं मानते। ਉਹ ਵਾਲੇ ਨਹੀਂ ਜਿਹੜੇ ਗੁਰੂ ਨੂੰ ਮੰਨਦੇ ਨੇ ਪਰ ਗੁਰੂ ਦੀ ਗੱਲ ਨੂੰ ਵੀ ਮੰਨਦੇ ਨੇ। ਮੰਨਣ ਵਿੱਚ ਵੀ ਫਰਕ ਹੁੰਦਾ ਹੈ, ਦਰਸ਼ਨ ਵਿੱਚ ਵੀ ਫਰਕ ਹੁੰਦਾ ਹੈ। ਦਰਸ਼ਨ ਤੇ ਉਹਨਾਂ ਨੇ ਵੀ ਕੀਤੇ ਸੀ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖੰਜਰ ਮਾਰਿਆ ਸੀ, ਦਰਸ਼ਨ ਤੇ ਉਹ ਵੀ ਕੀਤੇ ਸੀ। ਦਰਸ਼ਨਾਂ ਵਿੱਚ ਫਰਕ ਹੁੰਦਾ ਹੈ, ਮੰਨਣ ਦੇ ਵਿੱਚ ਫਰਕ ਹੁੰਦਾ ਹੈ। ਇੱਕ ਕੇਵਲ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਨੇ। ਇੱਕ ਉਹ ਨੇ ਜਿਹੜੇ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵਚਨ ਮੰਨਦੇ ਨੇ। ਤੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ
ਗਰੀਬਾਂ ਨੂੰ ਨਿਵਾਜਦੇ ਨੇ। ਇਸੇ ਕਰਕੇ ਆਪਾਂ ਸਤਿਗੁਰਾਂ ਦੇ ਨਾਮ ਨਾਲ ਗਰੀਬ ਨਿਵਾਜ ਸ਼ਬਦ ਜੋੜਦੇ ਹਾਂ। ਅਮੀਰ ਨਿਵਾਜ ਨਹੀਂ, ਗਰੀਬ ਨਿਵਾਜ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗਰੀਬਾਂ ਨੂੰ ਨਿਵਾਜਿਆ। ਆ ਸਾਡੀਆਂ ਮਾਤਾਵਾਂ ਭੈਣਾਂ ਬੱਚੀਆਂ ਬੈਠੀਆਂ, ਸਭ ਤੋਂ ਸੋਹਣਾ ਜੇ ਕਿਸੇ ਨੇ ਬੀਬੀਆਂ ਬਾਰੇ, ਭੈਣਾਂ ਬਾਰੇ, ਬੱਚੀਆਂ ਬਾਰੇ ਆਖਿਆ, ਉਹ ਹਨ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ। ਕਿਸੇ ਧਰਮ ਦੀ ਹੇਠੀ ਨਹੀਂ, ਕੋਈ ਧਰਮ ਮਾੜਾ ਨਹੀਂ। ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਹਾਂਗੀਰ ਨੇ ਪੁੱਛਿਆ ਸੀ, ਐ ਸਤਿਗੁਰੂ ਇਹ ਦੱਸੋ ਧਰਮ ਕਿਹੜਾ ਚੰਗਾ ਹੈ? ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ ਸੀ, ਧਰਮ ਸਾਰੇ ਚੰਗੇ ਨੇ, ਕੋਈ ਧਰਮ ਮਾੜਾ ਨਹੀਂ। ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਧਰਮ ਸਾਰੇ ਚੰਗੇ ਨੇ, ਪਰ ਸਤਿਗੁਰਾਂ ਨੇ ਸਾਨੂੰ ਆਪੋ ਆਪਣੇ ਧਰਮਾਂ ਵਿੱਚ ਪੱਕਾ ਰਹਿਣ ਲਈ ਆਖਿਆ ਹੈ, ਪਰਪੱਕਤਾ ਬਖਸ਼ੀ ਹੈ। ਗਰੀਬ ਨਿਵਾਜ ਜੇ ਕਿਸੇ ਨੇ ਸਭ ਤੋਂ ਸੋਹਣਾ ਬੀਬੀਆਂ ਦੇ ਹੱਕ ਵਿੱਚ, ਭੈਣਾਂ ਦੇ ਹੱਕ ਵਿੱਚ, ਬੱਚੀਆਂ ਦੇ ਹੱਕ ਵਿੱਚ ਆਖਿਆ, ਉਹ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ। ਇਸ ਕਰਕੇ ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਦੇ ਨੇ। रात रात में इतिहास बदल जाते हैं, बात बात में विश्वास बदल जाते हैं। मुश्किल में कौन किसी का साथ देता है, आम की क्या बात है, खास बदल जाते हैं। ਜਦੋਂ ਬੰਦੇ ਤੇ ਮੁਸੀਬਤ ਬਣਦੀ ਹੈ ਉਦੋਂ ਜਿਹੜੇ ਸਾਕ ਸੰਬੰਧੀ ਸਕੇ ਹੁੰਦੇ ਨੇ ਨਾ, ਸਕੇ ਜਿਨ੍ਹਾਂ ਨੂੰ ਅਸੀਂ ਕਲੋਜ਼ ਫਰੈਂਡ ਜਾਂ ਕਲੋਜ਼ ਫੈਮਿਲੀ ਆਖਦੇ ਆ, ਉਹ ਵੀ ਸਾਥ ਛੱਡ ਜਾਂਦੇ ਨੇ। ਤੇ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਖਿਆ, ਜੇ ਕੋਈ ਤੇਰੇ ਸੰਸਾਰੀ ਸਾਰੇ ਸਾਥ ਸਕੇ ਸੰਬੰਧੀ ਸੱਜਣ ਮਿੱਤਰ ਤੇਰੇ ਸਾਥ ਛੱਡ ਜਾਣ, ਪਰ ਸਤਿਗੁਰੂ ਨੂੰ ਚੇਤੇ ਰੱਖੀ, ਸਤਿਗੁਰੂ ਤੈਨੂੰ ਰਾਜੇ ਤੋਂ, ਭਿਖਾਰੀ ਤੋਂ ਰਾਜਾ ਬਣਾ ਦੇਣਗੇ। ਐਸਾ ਹੀ ਇੱਕ ਸਾਧ ਸੰਗਤ ਜੀ ਕੌਤਕ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਵੇਲੇ ਹੋਇਆ ਹੈ। ਕਿਉਂਕਿ ਮੇਰੇ ਤੋਂ ਪਹਿਲਾਂ ਗੁਰਮੁਖ ਪਿਆਰੇ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਾਰੇ ਹੀ ਆਪ ਜੀ ਨੂੰ ਬੇਨਤੀਆਂ ਕਰ ਰਹੇ ਸਨ। ਸਤਿਗੁਰਾਂ ਨੇ ਘੁੰਗਣੀਆਂ ਵੇਚੀਆਂ। ਐਸਾ ਹੀ ਇੱਕ ਸਾਧ ਸੰਗਤ ਜੀ ਇਤਿਹਾਸ ਚੌਥੇ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਮਿਲਦਾ ਹੈ। ਇੱਕ 14 ਸਾਲਾਂ ਦਾ ਨੌਜਵਾਨ ਜਿਸ ਦਾ ਨਾਮ ਹੈ ਸੋਮਾ, ਪਿਤਾ ਦਾ ਸਾਇਆ ਸਿਰ ਤੋਂ ਉੱਠ ਚੁੱਕਾ ਹੈ। ਪਿਤਾ ਸਿਰ ਤੇ ਨਹੀਂ, ਮਾਂ ਹੈ ਤੇ ਸੋਮਾ ਹੈ। ਉਮਰ 14 ਸਾਲ ਹੈ। ਅੱਧ ਦੀ ਗਰੀਬੀ ਹੈ। ਕੋਈ ਬਾਂਹ ਨਹੀਂ ਫੜਦਾ, ਕੋਈ ਸਾਥ ਨਹੀਂ ਦਿੰਦਾ, ਸਗੋਂ ਸਾਥ ਦੇਣ ਦੀ ਬਜਾਏ ਗਰੀਬ ਗਰੀਬ ਕਹਿ ਕੇ ਦੁਰਕਾਰਦੇ ਨੇ, ਪਾਸੇ ਸੁੱਟਦੇ ਨੇ। ਗੁਰਮੁਖਾਂ ਨੇ ਇਤਿਹਾਸ ਵਿੱਚ ਆਪ ਸਰਬੱਤ ਸੰਗਤਾਂ ਨੂੰ ਇਹ ਵੀ ਸੁਣਾਇਆ ਹੈ ਕਿ ਨਿਹਾਲ ਕੀਤਾ ਹੈ, ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਗੁਰਮੁਖ ਪਿਆਰਿਓ ਹੋਏ ਹੈ, ਉਹਨਾਂ ਗੁਰੂ ਸਾਹਿਬਾਨਾਂ ਦੇ ਜਦੋਂ ਵਿਆਹ ਹੋਏ, ਆਨੰਦ ਕਾਰਜ ਹੋਏ, ਜਿਹੜੀਆਂ ਮਾਤਾਵਾਂ ਨਾਲ ਹੋਏ, ਸਾਡੀਆਂ ਮਾਤਾਵਾਂ ਗੁਰੂ ਸਾਹਿਬ ਦੇ ਜਿਹੜੇ ਮਹਿਲ ਹੋਏ ਹੈ, ਉਹਨਾਂ ਮਹਿਲਾਂ ਦੇ ਜੀਵਨ ਪੜ੍ਹ ਕੇ ਵੇਖੋ, ਗੁਰੂ ਸਾਹਿਬਾਨਾਂ ਦੇ ਮਹਿਲ ਗਰੀਬੀ ਵਿੱਚੋਂ ਹੋਏ ਹੈ। ਅੱਜ ਅਸੀਂ ਜਦੋਂ ਆਪਣੇ ਪੁੱਤ ਦਾ ਰਿਸ਼ਤਾ ਕਰਨਾ, ਧੀ ਅਮੀਰ ਲੱਭਦੇ ਆ ਪੈਸੇ ਕਰਕੇ, ਪੈਸਾ ਬਹੁਤਾ ਹੋਵੇ। ਜਦੋਂ ਆਪਣੀ ਧੀ ਦਾ ਰਿਸ਼ਤਾ ਕਰਨਾ, ਪੁੱਤ ਅਮੀਰ ਲੱਭਦੇ ਆ, ਪੈਸਾ ਬਹੁਤਾ ਹੋਵੇ, ਥੱਲੇ ਸੋਹਣੀ ਗੱਡੀ ਹੋਵੇ, ਸੋਹਣਾ ਘਰ ਹੋਵੇ, ਜ਼ਮੀਨ ਜਾਇਦਾਦ ਹੋਵੇ। ਚਲੋ ਜੇ ਸੰਸਾਰ ਦੇ ਹਿਸਾਬ ਨਾਲ ਇਹ ਵੀ ਗੱਲਾਂ ਦੇਖਣੀਆਂ ਤਾਂ ਦੇਖੀਏ, ਪਰ ਪਹਿਲ ਦੇ ਆਧਾਰ ਤੇ ਇਹ ਵੇਖੋ, ਜਿਹਦੇ ਨਾਲ ਧੀ ਤੋਰਨੀ ਹੈ ਕਿ ਉਹ 5 ਬਾਣੀਆਂ ਦਾ ਨਿਤਨੇਮੀ ਹੈਗਾ, ਜਿਹਦੇ ਨਾਲ ਧੀ ਤੋਰਨੀ ਹੈ ਕਿ ਉਹ ਅੰਮ੍ਰਿਤਧਾਰੀ ਹੈ, ਜਿਹਦੇ ਨਾਲ ਧੀ ਤੋਰਨੀ ਹੈ ਕਿ ਉਹਦੇ ਸਿਰ ਤੇ ਕੇਸ ਹੈਗੇ ਆ, ਜਿਹਦੇ ਨਾਲ ਧੀ ਤੋਰਨੀ ਹੈ ਕਿ ਦਾੜਾ ਪ੍ਰਕਾਸ਼ ਹੈ। ਇਹ ਦੇਖੋ, ਇਹ ਅਮੀਰੀ ਹੈ।
ਜਦੋਂ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਨੰਦ ਕਾਰਜ ਹੋਣਾ ਸੀ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਵੇਖਿਆ ਸੀ? ਅਮੀਰੀ। ਮਹਾਰਾਜ ਨੇ ਕੋਠੀ ਵੇਖੀ, ਜ਼ਮੀਨ ਦੇਖੀ, ਜਾਇਦਾਦ ਦੇਖੀ, ਗੱਡੀ ਦੇਖੀ। ਮਹਾਰਾਜ ਨੇ ਕੀ ਦੇਖਿਆ? ਮਹਾਰਾਜ ਨੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੰਦਗੀ ਵੇਖੀ, ਸਤਿਗੁਰੂ ਸਾਹਿਬ ਜੀ ਦਾ ਜੀਵਨ ਵੇਖਿਆ ਤੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਵੇਖੀ ਤੇ ਸਤਿਗੁਰੂ ਸਾਹਿਬ ਜੀ ਦੀ ਬੰਦਗੀ ਸੇਵਾ ਵੇਖ ਕੇ ਸ੍ਰੀ ਗੁਰੂ ਰਾਮਦਾਸ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਫੈਸਲਾ ਕਰ ਲਿਆ ਕਿ ਧੀ ਤੋਰਨੀ ਹੈ ਤੇ ਗੁਰੂ ਰਾਮਦਾਸ ਨਾਲ ਤੋਰਨੀ ਹੈ, ਕਿਉਂਕਿ ਗੁਰੂ ਰਾਮਦਾਸ ਤੋਂ ਵੱਡਾ ਕੋਈ ਦੁਨੀਆ ਵਿੱਚ ਅਮੀਰ ਨਹੀਂ ਹੋ ਸਕਦਾ, ਹੋਰ ਕੋਈ ਅਮੀਰ ਨਹੀਂ ਹੋ ਸਕਦਾ। ਇੰਨੀ ਅਮੀਰੀ ਕੋਈ ਦੁਨੀਆ ਵਿੱਚ ਐਸੀ ਸੰਸਥਾ, ਐਸਾ ਸਥਾਨ ਹੈ ਜਿੱਥੇ ਕੁੱਲ ਦੁਨੀਆ ਤੋਂ ਉੱਥੇ ਦਰਸ਼ਨ ਕਰਨ ਆਉਂਦੇ ਹੋਣ? ਇਹ ਕੇਵਲ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਘਰ ਹੈ, ਜਿੱਥੇ ਸਭੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਹੇ, ਨਾਇ ਰਾਮਦਾਸ ਸਰ। ਅੱਜ ਸਰੋਵਰਾਂ ਤੇ ਕਿੰਤੂ ਪ੍ਰੰਤੂ ਹੋ ਰਹੇ ਆ। ਗੁਰੂ ਦਿਓ ਸਿੱਖੋ, ਧਿਆਨ ਨਾਲ ਸੁਣ ਲਓ। ਜਿਹੜੇ ਆ ਗੱਲਾਂ ਕਰਦੇ ਨੇ ਨਾ ਕਿ ਸਰੋਵਰਾਂ ਵਿੱਚ ਇਸ਼ਨਾਨ ਕਰਨ ਨਾਲ ਕੁਝ ਨਹੀਂ ਹੁੰਦਾ, ਸ਼ੰਕਿਆ ਵਿੱਚ ਨਾ ਪਿਆ ਕਰੋ। ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਚਨ ਜੇ, ਹਰ ਹਾਂ ਨਾਨਕ ਕਸਮਲ ਜਾਹੇ, ਨਾਇ ਰਾਮਦਾਸ ਸਰ, ਕਿ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਰੋਵਰ ਵਿੱਚ ਤਾਲ ਵਿੱਚ ਇਸ਼ਨਾਨ ਕਰਨ ਨਾਲ ਸਾਰੀ ਪਾਪ ਦੂਰ ਹੋ ਜਾਂਦੇ ਨੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਗੁਰੂ ਦੀ ਬਾਣੀ ਵਿੱਚ ਲਿਖਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕੀ ਵੇਖਿਆ? ਸਿੱਖੀ ਵੇਖੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕੀ ਵੇਖਿਆ? ਬੰਦਗੀ ਵੇਖੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕੀ ਵੇਖਿਆ? ਜੀਵਨ ਵੇਖਿਆ। ਨਾ ਕੋਈ ਮਾਇਆ, ਨਾ ਕੋਈ ਕੋਠੀ, ਨਾ ਕੋਈ ਜ਼ਮੀਨ ਜਾਇਦਾਦ। ਹਾਂ ਜੇ ਸਿੱਖੋ, ਜੇ ਤੁਸੀਂ ਦੇਖਦੇ ਹੋ ਦੇਖੋ, ਪਰ ਇਹ ਵੇਖੋ ਕਿ ਜਿਹਦੇ ਨਾਲ ਧੀ ਤੋਰਨੀ ਹੈ ਜਾਂ ਜਿਸ ਧੀ ਨੂੰ ਵਿਆਹ ਕੇ ਲਿਆਉਣਾ ਹੈ, ਨੂੰ ਬਣਾਉਣਾ ਹੈ, ਕੀ ਉਹ ਗੁਰੂ ਵਾਲੀ ਹੈ? ਕੀ ਉਸਨੇ ਅੰਮ੍ਰਿਤ ਛਕਿਆ? ਕੀ ਉਹ ਨਿਤਨੇਮ ਕਰਦੀ ਹੈ? ਕਿਸੇ ਸਿੰਘ ਦਾ ਆਨੰਦ ਕਾਰਜ ਹੋਣ ਲੱਗਾ, ਉਹ ਗੁਰਸਿੱਖ ਸੀ, ਅੰਮ੍ਰਿਤਧਾਰੀ, ਬੰਦਗੀ ਵਾਲਾ, ਸੇਵਾ ਵਾਲਾ। ਜਦੋਂ ਸਾਧ ਸੰਗਤ ਜੀ ਅੱਗੇ ਕੁੜੀ ਵਾਲੇ, ਧੀ ਵਾਲੇ ਵੀ ਬੰਦਗੀ ਵਾਲੇ, ਉਹ ਜਦੋਂ ਰਿਸ਼ਤਾ ਪੱਕਾ ਹੋਣ ਲੱਗਾ, ਦੋਨੋਂ ਪਰਿਵਾਰ ਇੱਕ ਦੂਜੇ ਦੇ ਸਾਹਮਣੇ ਬੈਠੇ। ਧੀ ਵਾਲਿਆਂ ਪੁੱਛਿਆ ਤੁਹਾਡੇ ਕੋਲ ਹੈ ਕੀ ਹੈ? ਤੇ ਉਹ ਸਾਧ ਸੰਗਤ ਜੀ ਜਿਹਦੇ ਨਾਲ ਧੀ ਤੋਰਨੀ ਸੀ, ਜਿਸ ਵੀਰ ਨਾਲ, ਉਹਨੇ ਇਹ ਗੱਲ ਕਹੀ ਧੀ ਵਾਲਿਆਂ ਨੂੰ ਕਿ ਬਾਅਦ ਵਿੱਚ ਤੁਸੀਂ ਨਾ ਗੁੱਸਾ ਕਰਿਓ ਜਾਂ ਕੋਈ ਗੱਲ ਨਾ ਆਖਿਓ, ਮੇਰੇ ਕੋਲ ਸਿਰਫ ਮੇਰੇ ਕੋਲ ਜੇ ਕੁਝ ਹੈ, ਨਾ ਮੇਰੇ ਕੋਲੇ ਗੱਡੀ ਹੈ, ਨਾ ਮੇਰੇ ਕੋਲੇ ਜ਼ਮੀਨ ਹੈ, ਨਾ ਮੇਰੇ ਕੋਲੇ ਬਹੁਤੀ ਜਾਇਦਾਦ ਹੈ, ਆ ਇੱਕ ਛੋਟਾ ਜਿਹਾ ਘਰ ਹੈ ਤੇ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ 5 ਕਕਾਰ ਨੇ ਤੇ 5 ਕਕਾਰਾਂ ਦੀ ਰਹਿਤ ਹੈ। ਉਹ ਧੀ ਵਾਲੇ ਸਿਆਣੇ ਸੀ, ਗੁਰਮੁਖ ਸੀ। ਉਹ ਕਹਿੰਦੇ ਇਸ ਸਿੱਖ ਦੇ ਕੋਲੇ ਸਾਰਾ ਕੁਝ ਹੀ ਹੈ, ਧੀ ਤੋਰਨੀ ਹੈ ਤੇ ਇੱਥੇ ਤੋਰਨੀ ਹੈ। ਜਿਸ ਗੁਰਸਿੱਖ ਦੇ ਕੋਲ 5 ਕਕਾਰ ਨੇ ਤੇ ਜਿਸ ਗੁਰਸਿੱਖ ਕੋਲ 5 ਕਕਾਰਾਂ ਦੀ ਰਹਿਤ ਹੈ, ਉਹਦੇ ਕੋਲ ਸਭ ਕੁਝ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਇੱਕ ਸੋਨੇ ਦਾ ਕੜਾ ਕਿਸੇ ਨੇ ਪਾਇਆ, ਕਕਾਰ ਕੀ ਨੇ? ਗੁਰੂ ਦੀ ਸਿੱਖੀ ਕੀ ਹੈ? ਗੁਰੂ ਦੀ ਬਾਣੀ ਕੀ ਹੈ? ਇਹ ਸਾਨੂੰ ਸਤਿਗੁਰੂ ਸਮਝਾਉਂਦੇ ਨੇ, ਗੁਰਾਂ ਦਾ ਇਤਿਹਾਸ ਸਮਝਾਉਂਦਾ ਹੈ। ਕਿਸੇ ਨੇ ਸੋਨੇ ਦਾ ਕੜਾ ਪਾਇਆ, ਕਕਾਰਾਂ ਨੂੰ ਆਮ ਨਾ ਸਮਝੋ, ਕਕਾਰਾਂ ਨੂੰ ਆਮ ਨਾ ਸਮਝੋ। ਧੀ ਦਾ ਰਿਸ਼ਤਾ ਹੈ। ਹਾਂਜੀ ਜੀ, ਪੁੱਤ ਕੀ ਕਰਦਾ ਹੈ? ਪੁੱਤ ਜੀ ਗ੍ਰੰਥੀ ਸਿੰਘ ਹੈ। ਇਹ ਗ੍ਰੰਥੀ ਸਿੰਘ ਕੋਈ ਕੰਮ ਹੈ? ਕੰਮਾਂ ਚੋਂ ਕੰਮ ਹੈ? ਇਹ ਕਿਹੜਾ ਕੰਮ ਹੋਇਆ ਗ੍ਰੰਥੀ ਸਿੰਘ ਹੈ? ਪੁੱਤ ਜੀ ਕਥਾ ਕਰਦਾ। ਅੱਛਾ, ਇਹ ਕਿਹੜਾ ਕੰਮ ਹੋਇਆ? ਇਸ ਤਰ੍ਹਾਂ ਵੀ ਸੰਸਾਰ ਵਿੱਚ ਸੁਣਨ ਨੂੰ ਮਿਲਦਾ ਹੈ।
ਪਰ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਪਣੀ ਧੀ ਉੱਥੇ ਤੋਰੀ ਜਿੱਥੇ ਸੇਵਾ ਸੀ, ਜਿੱਥੇ ਬੰਦਗੀ ਸੀ। ਫਿਰ ਸਾਧ ਸੰਗਤ ਜੀ ਉਸ ਮਾਂ, ਸਾਡੀ ਮਾਂ, ਸਾਡੇ ਮਾਤਾ ਜੀ, ਫਿਰ ਉਸ ਮਾਂ ਭਾਨੀ ਨੇ ਕੈਸਾ ਸਾਧ ਸੰਗਤ ਜੀ ਜੀਵਨ ਬਣਾਇਆ ਤੇ ਅੱਗੇ ਪ੍ਰਚਾਰ ਕੀਤਾ, ਪੰਥ ਨੂੰ ਕੀ ਦੇਣ ਦਿੱਤੀ। ਵੇਖੋ ਸੰਸਾਰ ਦੇ ਵਿੱਚ ਜਗ ਜਾਹਰ ਹੈ, ਸੋਨੇ ਦਾ ਕੜਾ ਪਾਇਆ ਕਿਸੇ ਨੇ। ਸਿੱਖੀ ਕੀ ਹੈ? ਸਿੱਖੀ ਅਮੁੱਲ ਹੈ। ਅਮੁੱਲ ਉਹ ਚੀਜ਼ ਹੁੰਦੀ ਹੈ ਜਿਹਨੂੰ ਮਾਇਆ ਨਾਲ ਨਹੀਂ ਖਰੀਦਿਆ ਜਾ ਸਕਦਾ। ਅਮੁੱਲ ਵਸਤੂਆਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ। ਇੱਕ ਉਹ ਜਿਹਨੂੰ ਮਾਇਆ ਨਾਲ ਨਾ ਖਰੀਦ ਸਕੀਏ, ਇੱਕ ਉਹ ਜਿਹੜਾ ਸਾਨੂੰ ਮੁਫਤ ਦੇ ਦੇਵੇ, ਭਾਵ ਕਿ ਉਹਦੀ ਭੇਟਾ ਨਾ ਕੋਈ ਲੈ, ਉਹ ਵੀ ਅਮੁੱਲ ਹੁੰਦੀ ਹੈ। ਇੱਕ ਵਸਤੂ ਉਹ ਜਿਹਨੂੰ ਨਾ ਮਾਇਆ ਨਾਲ, ਨਾ ਪੈਸੇ ਨਾਲ ਤੇ ਨਾ ਵਿਦਿਆ ਨਾਲ ਖਰੀਦਿਆ ਜਾ ਸਕੇ, ਉਸ ਨੂੰ ਵੀ ਅਮੁੱਲ ਆਖਦੇ ਨੇ। ਸੋਨੇ ਦਾ ਕੜਾ ਪਾਇਆ। ਇੱਕ ਗੁਰਸਿੱਖ ਨੇ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਸਰਬ ਲੋਹੇ ਦਾ ਕੜਾ ਦਿੱਤਾ ਹੈ, ਸੋਨੇ ਦੇ ਕੜੇ ਤੇ ਸਰਬ ਲੋਹੇ ਦੇ ਕੜੇ ਵਾਲੇ ਦੋ ਸਿੱਖਾਂ 'ਚ ਵਿਚਾਰ ਹੋ ਗਈ। ਇੱਕ ਕਹਿੰਦਾ ਮੇਰਾ ਕੜਾ ਮਹਿੰਗਾ ਹੈ ਕਿਉਂਕਿ ਮੇਰਾ ਕੜਾ ਸੋਨੇ ਦਾ ਹੈ। ਸਰਬ ਲੋਹੇ ਵਾਲਾ ਸਿੰਘ ਕਹਿੰਦਾ ਨਹੀਂ ਨਹੀਂ, ਤੇਰਾ ਨਹੀਂ, ਮੇਰਾ ਮਹਿੰਗਾ ਹੈ ਕਿਉਂਕਿ ਮੇਰਾ ਕੜਾ ਸਰਬ ਲੋਹੇ ਦਾ ਹੈ। ਸਿੱਖੋ ਧਿਆਨ ਨਾਲ ਸੁਣਿਓ, ਸੰਸਾਰ ਵਿੱਚ ਬਹੁਤ ਸਾਰੇ ਐਸੇ ਨੇ ਜਿਹੜੇ ਸੋਨੇ ਦੇ ਕੜੇ ਨੂੰ ਮਹਿੰਗਾ ਆਖਦੇ ਨੇ, ਸੋਨੇ ਨੂੰ ਮਹਿੰਗਾ ਆਖਦੇ ਨੇ। ਸਰਬ ਲੋਹੇ ਦੇ ਕੜੇ ਵਾਲਾ ਸਿੰਘ ਕਹਿਣ ਲੱਗਾ ਕਿ ਤੂੰ ਕਿਵੇਂ ਦੱਸਦਾ ਕਿ ਤੇਰਾ ਕੜਾ ਮਹਿੰਗਾ? ਉਹ ਕਹਿੰਦਾ ਮੇਰਾ ਕੜਾ 70,000 ਦਾ ਹੈ ਤੇ ਸੋਨੇ ਦਾ ਹੈ, ਤਾਂ ਮਹਿੰਗਾ ਹੈ। ਤੇਰਾ ਜਿਹੜਾ ਕੜਾ ਹੈ ਉਹ ਤੇ ਲੋਹੇ ਦਾ ਹੈ, 50 ਦਾ ਹੋਏਗਾ, 100 ਦਾ ਹੋਏਗਾ, 150 ਦਾ ਹੋਏਗਾ, ਲੋਹੇ ਦਾ ਹੈ। ਕਿੱਥੇ 70,000, ਕਿੱਥੇ 100, 150। ਸਰਬ ਲੋਹੇ ਦੇ ਕੜੇ ਵਾਲਾ ਸਿੰਘ ਕਹਿਣ ਲੱਗਾ ਅੱਛਾ ਇਹ ਦੱਸ, ਤੈਨੂੰ ਸੋਨੇ ਦੇ ਕੜੇ ਨੂੰ ਵੇਖ ਕੇ ਕੀ ਚੇਤੇ ਆਉਂਦਾ ਹੈ? ਤੇ ਉਸ ਸੋਨੇ ਦੇ ਕੜੇ ਵਾਲੇ ਨੇ ਆਖਿਆ ਜਦੋਂ ਮੈਂ ਸੋਨੇ ਦੇ ਕੜੇ ਨੂੰ ਵੇਖਦਾ ਤੇ ਮੈਨੂੰ 70,000 ਚੇਤੇ ਆਉਂਦਾ ਹੈ। ਤੇ ਸਰਬ ਲੋਹੇ ਦੇ ਕੜੇ ਵਾਲਾ ਸਿੰਘ ਕਹਿਣ ਲੱਗਾ ਜਦੋਂ ਮੈਂ ਸਰਬ ਲੋਹੇ ਦੇ ਕੜੇ ਨੂੰ ਵੇਖਦਾ ਮੈਨੂੰ ਕਲਗੀਆਂ ਵਾਲਾ ਪਾਤਸ਼ਾਹ ਚੇਤੇ ਆਉਂਦਾ ਹੈ, ਇਸ ਕਰਕੇ ਕੜਾ ਸਰਬ ਲੋਹੇ ਦਾ ਮਹਿੰਗਾ ਹੈ। ਦਾਸ ਬੇਨਤੀਆਂ ਤਾਂ ਕਰ ਰਿਹਾ ਕਿ ਸਿੱਖੀ ਅਮੁੱਲ ਹੈ। ਸਿੱਖੀ ਵੇਖੋ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖੀ ਵੇਖੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦਗੀ ਵੇਖੀ, ਜੀਵਨ ਵੇਖਿਆ ਮਹਾਰਾਜ ਜੀ ਨੇ। 14 ਸਾਲ ਦੀ ਉਮਰ ਹੈ ਸੋਮੇ ਦੀ, ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਸਰੋਵਰ ਦੀ ਖੁਦਵਾਈ ਕਰਵਾ ਰਹੇ ਸਨ, ਸੇਵਾ ਕਰ ਰਹੇ ਸਨ, ਕਰ ਵੀ ਰਹੇ ਸਨ, ਕਰਵਾ ਵੀ ਰਹੇ ਸਨ। ਅੱਜ ਕੱਲ੍ਹ ਸਾਧ ਸੰਗਤ ਜੀ ਐਸੇ ਵੀ ਸੇਵਾਦਾਰ ਸਾਡੇ ਵਿੱਚ ਆ ਗਏ ਆ ਜਿਹੜੇ ਕਰਵਾਉਂਦੇ ਨੇ, ਕਰਦੇ ਨਹੀਂ। ਪਰ ਇਹ ਗੱਲ ਚੇਤੇ ਰੱਖਿਓ, ਸਿੱਖੀ ਉਹ ਨਹੀਂ ਵੀ ਜਿਹੜੀ ਕਰਵਾਈ ਚੱਲੋ ਖੁਦ ਨਾ ਕਰੋ। ਸਿੱਖੀ ਉਹ ਹੈ ਪਹਿਲਾਂ ਖੁਦ ਕਮਾਓ ਤੇ ਫਿਰ ਅਗਲੇ ਨੂੰ ਉਪਦੇਸ਼ ਦਿਓ। ਜਿਹੜਾ ਅਵਰ ਹੈ ਉਪਦੇਸ਼ ਹੈ, ਆਪ ਨਾ ਕਰੇ ਫਿਰ ਉਹ ਸਤਿਗੁਰੂ ਕਹਿੰਦੇ ਨੇ ਆਵਤ ਜਾਵਤ ਜਨਮ ਹੈ ਮਰੈ। ਸਿੱਖੀ ਪਹਿਲਾਂ ਕਮਾਉਣੀ ਪੈਂਦੀ ਹੈ। ਅੱਜ ਸਿੱਖ ਕੌਮ ਦੇ ਵਿੱਚ ਪ੍ਰਚਾਰ ਬਹੁਤ ਹੋ ਰਿਹਾ ਹੈ, ਪਰ ਪ੍ਰਚਾਰ ਦਾ ਅਸਰ ਹੋ ਵੀ ਰਿਹਾ ਹੈ, ਪਰ ਜਿੰਨਾ ਪ੍ਰਚਾਰ ਹੋ ਰਿਹਾ ਹੈ ਓਨਾ ਅਸਰ ਕਿਉਂ ਨਹੀਂ ਹੋ ਰਿਹਾ? ਓਨਾ ਅਸਰ ਇਸ ਵਾਸਤੇ ਨਹੀਂ ਹੋ ਰਿਹਾ ਕਿ ਬਸ ਅਵਰ ਉਪਦੇਸ਼ ਹੀ ਹੈ, ਅਵਰ ਉਪਦੇਸ਼ ਹੀ ਹੈ, ਆਪ ਨਹੀਂ ਕਮਾਉਣਾ। ਉਹ ਗੱਲ ਆਪ ਨਹੀਂ ਮੰਨਣੀ, ਆਪਣੇ ਤੇ ਨਹੀਂ ਲਿਆਉਣੀ। 14 ਸਾਲ ਦੀ ਉਮਰ ਹੈ ਸੋਮੇ ਦੀ, ਪਿਤਾ ਦਾ ਸਾਇਆ ਸਿਰ ਤੇ ਨਹੀਂ, ਮਾਂ ਹੈ, ਗਰੀਬੀ ਹੈ ਤਦੀ, ਤੇ ਗਰੀਬੀ ਵਿੱਚ ਕੌਣ ਸਾਥ ਦਿੰਦਾ ਹੈ? ਸਤਿਗੁਰੂ। ਹਾਂ, ਸਤਿਗੁਰੂ ਸਾਥ ਦਿੰਦੇ ਨੇ। ਇਸੇ ਕਰਕੇ ਸਤਿਗੁਰੂ ਨੂੰ ਅਸੀਂ ਗਰੀਬ ਨਿਵਾਜ ਆਖਦੇ ਹਾਂ। ਗਰੀਬ ਨਿਵਾਜ, ਗਰੀਬ ਨਿਵਾਜ ਮਤਲਬ ਜਿਹੜਾ ਗਰੀਬ ਨੂੰ ਨਿਵਾਜਦਾ ਹੈ। ਕਿੰਨਾ ਨਿਵਾਜਦਾ ਹੈ? ਕੰਗਾਲ ਤੋਂ ਰਾਜਾ ਬਣਾ ਦਿੰਦਾ ਹੈ, ਇੰਨਾ ਨਿਵਾਜਦਾ ਹੈ। ਅਸੀਂ ਕਿੰਨਾ ਨਵਾਜਾਂਗੇ? 500 ਦੇ ਦਿਆਂਗੇ, 2000 ਦੇ ਦਿਆਂਗੇ, 5000 ਦੇ ਦਿਆਂਗੇ, 10,000 ਦੇ ਦਿਆਂਗੇ,
सतगुरु किन्ना निवाजदा है? सतगुरु इन्ना निवाज दिंदा है, देंदा दे लैंदे थक पाहे, जुगा जुगंतर खाही खाहे। सतगुरु इन्ना निवाज दिंदा है, वो नहीं थकदा, सतगुरु दिंदा है। 14 साल की उम्र माँ कहती पुत कोई काम कर। हुण घर विच गरीबी होवे ते पढ़ेगा कौन? साडी कौम की एक ये भी बदनसीबी है साध संगत जी, साडी कौम कोले अज तक कोई ना ऐसा स्कूल है पंजाब विच जिथे सिखां दे बच्चे ए तो लैके Z तक सारी की सारी पढ़ाई फ्री कर सकन। कोई स्कूल नहीं, ना कोई हस्पताल है साडे कोले, ना कोले सिखां कोले कोई ऐसा चैनल है जिथों साध संगत जी हक सच की गल हो सके। बड़ियां कमियां ने। गुरु ग्रंथ साहिब सच्चे पातशाह किरपा करन साडियां कमियां पूरियां करन। ये गुरु नानक साहब दे वो सिख सी जिहड़े अगलियां दीयां कमियां पूरियां करदे सी, निवाजदे सी। गुरु गोबिंद सिंह सच्चे पातशाह ने खालसा बनाया है, ये खालसा कमी वाला नहीं सी, ये खालसा ते भरपूर सी गुणां नाल, क्योंकि गुणां नाल ही ते खालसा बनदा है, गुणां नाल ही ते गुरु साहब जी दा सिख बनदा है। ये कमी वाले सिख नहीं सन, ये गुणां वाले सिख सन। कमियां क्यों आ गई साध संगत जी? वो इस वास्ते आ गई कि असी गुरु ग्रंथ साहब जी तो पासा वट लिया है। 14 साल की उम्र माँ कहती पुत काम कर। माँ की काम करा मैं? माँ कहती पुत मैं तेनों घुंगणियां बना के दिनी आ, तू वो घुंगणियां नूं वेच आया कर। माँ मैं घुंगणियां नूं कित्थे वेचांगा? किहड़ी अपने कोल कोई दुकान है, किहड़ी अपने कोले कोई थां है जिथे घुंगणियां नूं वेचिया जावे? मां कहंदी पुत मैं तैनूं घुंगणियां बना के दिया करांगी, तू घुंगणियां नूं धन गुरु श्री गुरु रामदास महाराज दे दरबार विच, मतलब कि जिथे सतगुरु जी ताल दी खुदवाई करवा रहे ने, कार सेवा कर रहे ने ते करवा रहे ने, उत्थे बहुत सारियां संगतां सेवावां करदियां, तू पुत्र घुंगणियां उत्थे वेचिया कर। ये सोमा मां दियां बनाईयां होईयां घुंगणियां लैके पहुंचे, डिठे सभे थाम नहीं तुद जेहिया। ऐसे पावना स्थान ते सरोवर दी कार सेवा चल रही है, उथे एक घुंगणियां बेच रहा है। सारा दिन घुंगणियां बेचियां, सतगुरु दी निगाह पै गई। वड्डे भाग ने सोमे ते जिहदे उत्ते सतगुरु श्री गुरु रामदास सच्चे पातशाह जी की निगाह पै गई। प्यारिओ जिहदे उत्ते सतगुरु की निगाह पै जाए ना, ओदा लोक भी सुहेला ते ओदा परलोक भी सुहेला। निगाह पै गई। एक गरीब जिहा बच्चा घुंगणियां बेच रहे, सतगुरु शाम हुई ते आए। महाराज जी ने जिन्नी ओदी वटक सी सारी वो ले लई, सारी वटक लैके सतगुरु चलते बने। सतगुरु आ गए, सोमा घर आया। मां ने पूछा पुत किन्नी वटक वट्टी है, लिया मैनू दे ते मैं उस वटक का कुछ रस्त पानी लियाउनी आ, बनाउनी आ, तेनों भी छकाउनी आ ते आप भी छकदी आ, ते अगले दिन लई घुंगणियां भी तैयार करन लई वो भी रस्त लियाउनी आ। मां अज मैं वटक ते ₹1.25 रुपया वट्टी सी, पर अज धन गुरु श्री गुरु रामदास सच्चे पातशाह आए सी। मां मैं सारी वटक सतगुरां ने मेरे तो मंगी ते मैं सारी वटक सतगुरां नूं दे दित्ती। हुण साध संगत जी सतगुरु किसे तो मंग रहे ने तां सियाणे गुरसिख बैठे हो, ये तां ओह सतगुरु ने जिहड़े दातां दिंदे ने। जे मंग रहे ने ते कोई कौतक है सतगुरां दा, क्योंकि सतगुरु कोई मंगते थोड़ा ने। सतगुरु दे गरीब नवाज ने, सतगुरु ते दाते ने। जे दाता आप मंग रहे है ते समझ जाओ सतगुरां दा कोई कौतक है। सतगुरु कोई कौतक खेड रहे ने। अगला दिन होया, मां कहंदी ओ मां भी सतजुगी सी, सियाणी मां सी, हुंदी कोई उदां दी ते सत संगत जी चपेड़ा मारदी, गुस्से हुंदी, कोल बोल कबोल बोलदी। पर उस मां ने आख्या पुत्र सतगुरु पता नहीं किहड़ी गल तो खुश ने, तू सतगुरु साहब जी तेरे कोल अज भी आउण ते सतगुरां नूं खाली हथ ना मोड़ी। दूजा दिन होया,
ਸਾਰਾ ਦਿਨ ਘੁੰਗਣੀਆਂ ਵੇਚੀਆਂ। ਸ਼ਾਮ ਹੋਈ 70 ਸਾਧ ਸੰਗਤ ਜੀ 70 ਪੈਸੇ ਵੱਟੇ ਤੇ ਸਤਿਗੁਰੂ ਸਾਹਿਬ ਜੀ ਫੇਰ ਆਏ। ਸਤਿਗੁਰੂ ਜੀ ਨੇ ਉਹ ਪੈਸੇ ਫੇਰ ਲੈ ਲਏ। ਸਮਾਂ ਸਮਾਪਤ ਹੋਣ ਵਾਲਾ ਹੈ, ਸਮਾਪਤੀ ਕਰਾਂ। ਤੀਜਾ ਦਿਨ ਫੇਰ ਹੋਇਆ। ਫੇਰ ਸਤਿਗੁਰੂ ਸਾਹਿਬ ਜੀ ਆਏ ਤੇ ਸਾਧ ਸੰਗਤ ਜੀ ਜਿੰਨੀ ਵਟਕ ਸੀ ਉਹ ਸਾਰੀ ਸੋਮੇ ਨੇ ਸਤਿਗੁਰੂ ਸਾਹਿਬ ਜੀ ਨੂੰ ਦਿੱਤੀ ਤੇ ਸੋਮਾ ਐਵੇਂ ਹੀ ਸਤਿਗੁਰੂ ਸਾਹਿਬ ਜੀ ਤੋਂ ਪਿਆਰ ਆਸ਼ੀਰਵਾਦ ਲੈ ਕੇ ਬਖਸ਼ਿਸ਼ਾਂ ਲੈ ਕੇ ਘਰ ਨੂੰ ਚਲਾ ਗਿਆ। ਮਾਂ ਨੇ ਪੁੱਛਿਆ, ਪੁੱਤ ਕਿੰਨੀ ਵਟਕ ਵੱਟੀ ਹੈ? ਮਾਂ ਅੱਜ ਸਤਿਗੁਰੂ ਫੇਰ ਆਈ ਸੀ, ਜਿੰਨੀ ਵਟਕ ਮੈਂ ਵੱਟੀ ਸੀ ਸਤਿਗੁਰਾਂ ਨੂੰ ਦੇ ਦਿੱਤੀ। ਮਾਂ ਕਹਿਣ ਲੱਗੀ, ਪੁੱਤ ਸਤਿਗੁਰੂ ਪਤਾ ਨਹੀਂ ਕਿਹੜੀ ਗੱਲੋਂ ਖੁਸ਼ ਨੇ, ਜੇ ਸਤਿਗੁਰੂ ਕੱਲ ਫੇਰ ਆਉਣ ਤੇ ਦੇ ਦੇਵੀਂ, ਪਰ ਜੇ ਸਤਿਗੁਰੂ ਨਾ ਆਏ ਤੇ ਵਟਕ ਘਰ ਨਾ ਲਿਆਵੀਂ, ਆਪ ਦੇਣ ਚਲਾ ਜਾਵੀਂ। ਸਾਡੇ ਵਰਗਾ ਹੁੰਦਾ ਤੇ ਸ਼ੁਕਰ ਕਰਦਾ ਵੀ ਸਤਿਗੁਰੂ ਅੱਜ ਨਹੀਂ ਆਏ। ਸਿੱਖੀ ਵੇਖੋ, ਸਿੱਖੀ ਕਮਾਉਣੀ ਕੋਈ ਸੌਖੀ ਨਹੀਂ। ਸਿੱਖੀ ਦੀਆਂ ਗੱਲਾਂ ਕਰ ਲੈਣੀਆਂ ਸੌਖੀਆਂ ਹੈ, ਪਰ ਸਿੱਖੀ ਕਮਾਉਣੀ ਬਹੁਤ ਔਖੀ ਹੈ। ਜਿਹਦੇ ਉੱਤੇ ਸਤਿਗੁਰੂ ਸਾਹਿਬ ਜੀ ਦਾ ਹੱਥ ਹੋਵੇ, ਮਿਹਰ ਹੋਵੇ, ਸਿੱਖੀ ਉਹੀ ਕਮਾ ਸਕਦਾ ਹੈ। ਅਗਲਾ ਦਿਨ ਹੋਇਆ, ਉਹ ਸਾਧ ਸੰਗਤ ਜੀ ਸੋਮਾ ਫੇਰ ਆਇਆ। ਅਖੀਰਲਾ ਦਿਨ ਸੀ ਅੱਜ। ਜਿੰਨੀ ਕਰਾਸ ਸੀ ਉਹ ਬਣਾਈ ਤੇ ਵੇਚਣ ਆ ਗਿਆ। ਅੱਜ ਸਤਿਗੁਰੂ ਆਏ ਨਹੀਂ। ਅੱਜ ਸਮਾਂ ਉਡੀਕ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕੋਲ ਖੁਦ ਚਲਾ ਗਿਆ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਇੱਕ ਗਰੀਬੜਾ ਜਿਹਾ ਬੱਚਾ ਤੁਰਿਆ ਆਉਂਦਾ ਹੈ। ਸਤਿਗੁਰੂ ਸਾਹਿਬ ਜੀ ਨੂੰ ਉਹ ਸੋਮਾ ਕਹਿੰਦਾ, ਸਤਿਗੁਰੂ ਅੱਜ ਤੁਸੀਂ ਕਿਉਂ ਨਹੀਂ ਆਏ? ਮਹਾਰਾਜ ਕਹਿੰਦੇ, ਲਿਆ ਸੋਮੇ ਅੱਜ ਕਿੰਨੀ ਵਟਕ ਵੱਟੀ ਹੈ? ਦੱਸਿਆ। ਉਹ ਸਾਰੀ ਮਾਇਆ ਦਿੱਤੀ। ਅੱਜ ਦੀ ਦਿੱਤੀ ਹੋਈ ਮਾਇਆ ਕੀ ਅਗਲੀ ਮਾਇਆ ਨਾਲੋਂ ਥੋੜੀ ਸੀ। ਮਹਾਰਾਜ ਨੇ ਉਹ ਵਟਕ ਲੈ ਲਈ, ਉਹ ਮਾਇਆ ਲੈ ਲਈ। ਸਤਿਗੁਰੂ ਆਏ ਨੇ ਰਹਿਮਤਾਂ ਦੇ ਘਰ ਵਿੱਚ। ਸਤਿਗੁਰੂ ਨੂੰ ਆਪਣਾ ਚੇਤਾ ਆ ਗਿਆ। ਕਦੇ ਸਤਿਗੁਰਾਂ ਨੇ ਸੋਚਿਆ ਕਿ ਇਹ ਸਮਾਂ ਆਪਣੇ ਤੇ ਵੀ ਸੀ, ਗਰੀਬੀ ਸੀ, ਇਹੀ ਕੰਮ ਖੁਦ ਕੀਤਾ। ਜਿਹੜਾ ਬੰਦਾ ਗਰੀਬੀ ਚ ਰਿਹਾ ਹੋਵੇ, ਅਮੀਰੀ ਆ ਜਾਵੇ ਤੇ ਉਹ ਗਰੀਬ ਦੀ ਸਾਰ ਲੈ ਸਕਦਾ ਹੈ। ਉਹਨੂੰ ਪਤਾ ਹੈ ਗਰੀਬੀ ਕੀ ਹੁੰਦੀ ਹੈ। ਜਿਹੜੇ ਬੰਦੇ ਤੇ ਕਦੇ ਗਰੀਬੀ ਆਈ ਹੋਈ ਨਹੀਂ, ਉਹਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ। ਉਹ ਸਾਧ ਸੰਗਤ ਜੀ ਸਤਿਗੁਰੂ ਕਹਿਣ ਲੱਗੇ, ਸੋਮਿਆ ਤੇਰੀ ਕਮਾਈ ਵਿੱਚ ਬਰਕਤ ਕਿਉਂ ਨਹੀਂ ਪੈਂਦੀ? ਸਤਿਗੁਰੂ ਮੈਂ ਬੜਾ ਗਰੀਬ ਹਾਂ। ਹੁਣ ਕੱਲ ਤੋਂ ਮੈਂ ਮਹਾਰਾਜ ਛਾਬੀ ਲਾਉਣ ਨਹੀਂ ਆਉਣਾ, ਘੁੰਗਣੀਆਂ ਵੇਚਣ ਨਹੀਂ ਆਉਣਾ। ਹੁਣ ਰਹਿ ਹੀ ਨਹੀਂ ਗਿਆ ਕੁਝ ਵੇਚਣ ਨਹੀਂ, ਗਰੀਬ ਬਹੁਤ ਆ। ਸਤਿਗੁਰੂ ਰਹਿਮਤਾਂ ਦੇ ਘਰ ਵਿੱਚ ਆਏ ਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਸੋਮਿਆ ਤੂੰ ਗਰੀਬ ਨਹੀਂ, ਤੂੰ ਤੇ ਸ਼ਾਹ ਹੈ, ਤੂੰ ਸ਼ਾਹ ਹੈ। ਵੇਖੋ ਫਿਰ ਸਤਿਗੁਰੂ ਨੇ ਸ਼ਾਹ ਬਣਾ ਦਿੱਤਾ। ਮਹਾਰਾਜ ਕਹਿੰਦੇ ਤੂੰ ਸ਼ਾਹ ਹੈ, ਤੂੰ ਗਰੀਬ ਨਹੀਂ। ਸਤਿਗੁਰੂ ਕਿੱਧਰ ਦਾ ਮੈਂ ਸ਼ਾਹ ਵਾਂ? 2-3 ਦਿਨ ਹੋ ਗਏ ਮੈਂ ਤੇ ਮੇਰੀ ਮਾਂ ਨੇ ਪ੍ਰਸ਼ਾਦਾ ਨਹੀਂ ਛਕਿਆ, ਪਾਣੀ ਪੀ ਪੀ ਕੇ ਗੁਜ਼ਾਰਾ ਕਰਦੇ ਆ। ਸ਼ਾਹ ਕਿੱਧਰ ਦਾ ਹੋਇਆ? ਕੋਈ ਸ਼ਾਹ ਨਹੀਂ ਮਹਾਰਾਜ। ਨਹੀਂ, ਮਹਾਰਾਜ ਕਹਿੰਦੇ ਤੂੰ ਸ਼ਾਹ ਹੈ। ਰੋਂਦਾ ਹੈ। ਸਤਿਗੁਰੂ ਕਹਿੰਦੇ, ਸੋਮਿਆ ਤੂੰ ਸ਼ਾਹ ਹੈ। ਕਹਿੰਦੇ ਮਹਾਰਾਜ ਦੱਸੋ ਸ਼ਾਹ ਕਿਵੇਂ ਹੈ? ਸੋਮਾ ਭੋਲਾ ਸੀ ਥੋੜਾ। ਭੋਲੇ ਦਾ ਮਤਲਬ ਇਹ ਨਾ ਸਮਝੋ ਕਿ ਉਹ ਨੈਗੇਟਿਵ ਸੋਚਣੀ ਹੈ ਆਪਾਂ। ਮਤਲਬ ਕਿ ਜਿੰਨੇ ਰੱਬ ਨੂੰ ਪਾਉਣਾ ਹੈ ਨਾ, ਉਹਨੂੰ ਚਤੁਰਾਈਆਂ ਛੱਡਣੀਆਂ ਪੈਣੀਆਂ ਜੇ ਰੱਬ ਪਾਉਣਾ ਹੈ ਤੇ। ਬਹੁਤਾਤ ਵਿੱਚ ਐਸੇ ਹੁੰਦੇ ਨੇ ਜਿਹੜੇ ਚਤੁਰਾਈਆਂ ਨਾਲ ਰੱਬ ਨੂੰ ਪਾਉਣਾ ਚਾਹੁੰਦੇ ਹੈ, ਪਰ ਚਤੁਰਾਈਆਂ ਨਾਲ ਰੱਬ ਨਹੀਂ ਮਿਲਦਾ। ਚਤੁਰਾਈਆਂ ਨਾਲ ਜੱਗ ਤੇ ਮਿਲ ਜਾਂਦਾ ਹੈ, ਪਰ ਚਤੁਰਾਈਆਂ ਨਾਲ ਰੱਬ ਨਹੀਂ ਮਿਲਦਾ। ਜੱਗ ਦੇ ਤਾਂ ਬਣ ਜਾਈਦਾ, ਬੜੀਆਂ ਚਤੁਰਾਈਆਂ ਕਰਕੇ ਯਾਰ ਬੇਲੀ ਬਣਾ ਸਕਦੇ ਹਾਂ, ਦੁਨੀਆ ਤੋਂ ਮਤਲਬ ਕੱਢ ਸਕਦੇ ਹਾਂ। ਚਤੁਰਾਈਆਂ ਨਾਲ ਰੱਬ ਤੋਂ ਮਤਲਬ ਨਹੀਂ ਕੱਢਿਆ ਜਾਂਦਾ। ਰੱਬ ਨਹੀਂ ਮਿਲਦਾ ਚਤੁਰਾਈਆਂ ਨਾਲ। ਇਹ ਸੋਮਾ ਕਹਿਣ ਲੱਗਾ, ਮਹਾਰਾਜ ਸ਼ਾਹ ਕਿਵੇਂ ਮੈਂ? ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਸੋਮਿਆ ਇਹ ਦੱਸ, ਦੇਣ ਵਾਲਾ ਸ਼ਾਹ ਹੁੰਦਾ ਹੈ ਕਿ ਲੈਣ ਵਾਲਾ ਸ਼ਾਹ ਹੁੰਦਾ ਹੈ? ਕਹਿੰਦਾ ਮਹਾਰਾਜ ਦੇਣ ਵਾਲਾ। ਮਹਾਰਾਜ ਕਹਿਣ ਲੱਗੇ, ਫਿਰ ਇਹ ਦੱਸ ਮੈਂ ਤੇਰੇ ਤੋਂ ਲਿਆ ਕਿ ਤੂੰ ਮੈਨੂੰ ਦਿੱਤਾ ਹੈ? ਕਹਿਣ ਲੱਗਾ, ਮਹਾਰਾਜ ਜੀ ਮੈਂ ਤੁਹਾਨੂੰ ਦਿੱਤਾ ਹੈ। ਭੋਲਾ ਸੀ ਨਾ, ਮੈਂ ਤੁਹਾਨੂੰ ਦਿੱਤਾ ਹੈ।
सतगुरु कहन लगे फिर शाह तू होया कि मैं? भोला सी कहन लगा महाराज फिर शाह मैं होया। फिर महाराज कहते हाँ सोम्या तू शाह है। ते गुरु रामदास सच्चे पातशाह ने फिर बचन कीते, कला शाह नहीं बनाया, शाहां दा शाह बनाता। महाराज ने फिर बचन कीते, सोमा शाह शाहां दा शाह ते बेपरवाह। ये महाराज ने बचन कीते। अज भी सोमे दी कुल दे विचों अवतार शाह सिंह दिल्ली विच रहिंदे ने, शाहां दे शाह ने। गुरुआं दीयां बरकतां सदा वरतदियां। साध संगत जी इन्नी क बेनती जिहड़ी है वो आप सरबत संगतां ने प्रवान कर लैनी। होइयां भुल्लां दी खिमा। श्री गुरु ग्रंथ साहिब सच्चे पातशाह जी दे शुकराने ते आप सरबत संगतां दे शुकराने। धन्नवाद धन्नवाद गुरमुखां प्यारिआं दा जिन्हां ने साध संगत जी दास नूं आप सरबत संगतां दे दर्शन करवाए है ते श्री गुरु ग्रंथ साहिब सच्चे पातशाह दे चरनां विच कुछ बोलण दा साध संगत जी आप सरबत संगतां ने बल बख्शिया है, आशीर्वाद बख्शी है। सबना दा धन्नवाद। होइयां बेअंत भुल्लां दी खिमा जी। देहो सज्जन आसीसड़ियां जिउं होवे साहिब सियों मेल। वाहिगुरू जी का खालसा वाहिगुरू जी की फतेह।